Dear student, today we are going to discuss a very important topic, that is Newton's second law is a real law of motion। ਜਿਹੜੇ ਅਸੀਂ ਨਿਊਟਨਸ ਦੇ ਤਿੰਨ ਲਾਜ਼ ਅਸੀਂ ਡਿਸਕਸ ਕੀਤੇ ਨੇ, ਨਿਊਟਨ ਫਸਟ ਲਾਅ, ਸੈਕੰਡ ਲਾਅ ਤੇ ਥਰਡ ਲਾਅ। ਇਹਨਾਂ ਤਿੰਨੋਂ ਲਾਜ਼ ਦੇ ਵਿੱਚੋਂ ਜਿਹੜਾ ਸੈਕੰਡ ਲਾਅ ਹੈ, ਇਟ ਇਜ਼ ਕਾਲਡ ਰੀਅਲ ਲਾਅ ਆਫ ਮੋਸ਼ਨ। ਕਹਿਣ ਦਾ ਮਤਲਬ ਇਹੋ ਇੱਕ ਸਿੰਪਲ ਮੇਨ ਲਾਅ ਹੈ, ਬਾਕੀ ਜਿਹੜੇ ਦੋਨੋਂ ਨੇ ਫਸਟ ਤੇ ਥਰਡ, ਦੇ ਆਰ ਕੰਟੇਨਡ ਇਨ ਨਿਊਟਨਸ ਸੈਕੰਡ ਲਾਅ। ਪਹਿਲਾ ਲਾਅ ਤੇ ਤੀਸਰਾ ਲਾਅ ਜਿਹੜਾ ਹੈਗਾ ਹੈ ਉਹ ਨਿਊਟਨ ਦਾ ਸੈਕੰਡ ਲਾਅ ਦੇ ਅੰਦਰ ਹੀ ਕੰਟੇਨਡ ਹੈ। We can derive Newton's first law as well as Newton's third law from Newton's second law। ਸੈਕੰਡ ਤੋਂ ਹੀ ਪਹਿਲਾ ਲਾਅ ਬਣ ਸਕਦਾ ਹੈ, ਸੈਕੰਡ ਤੋਂ ਹੀ ਅਸੀਂ ਤੀਸਰਾ ਲਾਅ ਵੀ ਬਣਾ ਸਕਦੇ ਹਾਂ। ਇਹਦਾ ਮਤਲਬ ਜਿਹੜਾ ਮੇਨ ਲਾਅ ਹੈ ਸਾਡਾ ਉਹ ਕਿਹੜਾ ਹੋ ਗਿਆ, ਨਿਊਟਨ ਦਾ ਸੈਕੰਡ ਲਾਅ। ਦੈਟਸ ਵਾਈ ਇਟ ਇਜ਼ ਕਾਲਡ ਨਿਊਟਨਸ ਸੈਕੰਡ ਲਾਅ ਇਜ਼ ਕਾਲਡ ਰੀਅਲ law of motion। आओ सब नालों पहला असी जिहड़ा है ड्राइव करिए न्यूटन फर्स्ट लॉ फ्रॉम सैकंड लॉ। इत्थे हैडिंग पावांगे असी फर्स्ट लॉ फ्रॉम सैकंड लॉ। जे सैकंड तो पहला बन जे ਇਹਦਾ ਮਤਲਬ ਹੈ ਕਿ ਪਹਿਲਾ ਜਿਹੜਾ ਹੈ ਸੈਕੰਡ ਅੰਦਰ ਹੀ ਕੰਟੇਨਡ ਹੈ। We know that according to Newton's second law of motion, F is equal to ma। ਸਾਨੂੰ ਪਤਾ ਹੈ ਕਿ ਨਿਊਟਨ ਦਾ ਸੈਕੰਡ ਲਾਅ ਕੀ ਕਹਿੰਦਾ ਹੈ ਕਿ ਫੋਰਸ ਜਿੱਥੇ ਅਪਲਾਈਡ ਹੋਏਗੀ ਉਥੇ ਐਕਸਲਰੇਟਿਡ ਮੋਸ਼ਨ ਹੋਏਗੀ। ਨਾਓ F is equal to ma if no external force is applied। if no external force is applied, ਜੇ ਅਸੀਂ ਬਾਹਰੋਂ ਫੋਰਸ ਨਹੀਂ ਅਪਲਾਈ ਕਰਦੇ, then F will be equal to 0। ਜੇ ਅਸੀਂ ਬਾਹਰੋਂ ਫੋਰਸ ਨਹੀਂ ਅਪਲਾਈ ਕਰਾਂਗੇ ਤਾਂ ਸਾਡਾ F ਕਿੰਨਾ ਹੋਏਗਾ, 0। ਤੇ ਜੇ F 0 ਹੈ ਤੇ ਇਹਦਾ ਮਤਲਬ ਸਾਡਾ ਜਿਹੜਾ ਹੈ ma ਉਹ ਵੀ 0 ਹੋਏਗਾ। this imply ਕਿ ਸਾਡੇ ਕੋਲ ma ਜਿਹੜਾ ਹੈ ਉਹ ਸਾਡੇ ਕੋਲ 0 ਆ ਜਾਏਗਾ। now what is m? it is a mass। ਮਾਸ ਕਦੀ ਵੀ ਬਾਡੀ ਦਾ 0 ਨਹੀਂ ਹੁੰਦਾ। ਇਹਦਾ ਮਤਲਬ ਇਹਨਾਂ ਵਿੱਚੋਂ ਕੌਣ 0 ਹੋਏਗਾ ਜਿਹਦੇ ਕਰਕੇ ਆਨਸਰ 0 ਆਇਆ। this imply a will be 0 because m is not equal to 0। ਕਿਉਂਕਿ m ਸਾਡਾ 0 ਨਹੀਂ ਹੋ ਸਕਦਾ, ਸਾਡੇ ਕੋਲ ਆ ਜਾਏਗਾ a ਜਿਹੜਾ ਹੈ ਉਹ 0 ਹੋ ਜਾਏਗਾ, ਸਾਡੀ ਐਕਸਲਰੇਸ਼ਨ 0। ਕਹਿਣ ਦਾ ਮਤਲਬ ਜੇ ਫੋਰਸ ਨਹੀਂ ਅਪਲਾਈ ਕਰੋਗੇ ਤੇ ਸਾਡੀ ਜਿਹੜੀ ਹੈ ਉਹ ਐਕਸਲਰੇਸ਼ਨ ਨਹੀਂ ਹੋ ਸਕਦੀ। ਇਹ ਅਸੀਂ ਆਲਰੇਡੀ ਵੀ ਡਿਸਕਸ ਕੀਤਾ ਹੈ ਕਿ ਵਿਦਆਊਟ ਫੋਰਸ ਐਕਸਲਰੇਟਿਡ ਮੋਸ਼ਨ ਇਜ਼ ਨਾਟ ਪੋਸੀਬਲ। ਇਹ ਸਾਡੇ ਕੋਲ ਕਿੰਨਾ ਆ ਗਿਆ, 0। ਆਲਸੋ ਵੀ ਹੈਵ, ਸਾਨੂੰ ਕੀ ਪਤਾ ਹੈ, v is equal to u plus at। ਅਸੀਂ ਇਹ ਫਾਰਮੂਲਾ ਪੜਿਆ ਹੈ, v is equal to u plus at। ਤੇ ਸਾਡੇ ਕੋਲ ਐਕਸਲਰੇਸ਼ਨ ਕਿੰਨੀ ਹੈ, ਦੇਖੋ 0, ਇੱਥੇ ਅਸੀਂ 0 ਕਰ ਦਿੰਦੇ ਆ। this imply v is equal to u plus 0 into t or we get v equal to u। ਸਾਡੇ ਕੋਲ ਜਿਹੜਾ ਹੈ v ਕੀ ਦੇ ਇਕੁਅਲ ਆਇਆ, u। ਜੇ ਬਾਹਰੋਂ ਫੋਰਸ ਨਹੀਂ ਐਕਟ ਹੋਏਗੀ ਇਹਦਾ ਮਤਲਬ ਹੈ ਕਿ ਸਾਡੀ ਐਕਸਲਰੇਸ਼ਨ 0 ਹੋਏਗੀ। ਜੇ ਐਕਸਲਰੇਸ਼ਨ ਸਾਡੀ 0 ਹੈ ਤੇ ਇਹਦਾ ਮਤਲਬ ਸਾਡੀ ਫਾਈਨਲ ਵੈਲੋਸਿਟੀ ਤੇ ਇਨੀਸ਼ੀਅਲ ਵੈਲੋਸਿਟੀ ਆਪਸ ਵਿੱਚ ਇਕੁਅਲ ਹੋਣਗੀਆਂ।
ਜਿੰਨੀ ਸਾਡੀ ਇਨੀਸ਼ੀਅਲ ਓਨੀ ਹੀ ਫਾਈਨਲ। ਮੰਨ ਲਓ ਕਿ ਮੇਰੀ ਇਨੀਸ਼ੀਅਲ ਵੈਲੋਸਿਟੀ 10 ਮੀਟਰ ਪਰ ਸੈਕਿੰਡ ਹੈ ਤੇ ਅੱਧੇ ਘੰਟੇ ਬਾਅਦ 2 ਘੰਟੇ ਬਾਅਦ ਵੀ ਚੈੱਕ ਕਰੋਗੇ ਸਾਡੀ ਜਿਹੜੀ ਫਾਈਨਲ ਵੈਲੋਸਿਟੀ ਹੋਏਗੀ ਉਹ ਬਿਲਕੁਲ ਇਨੀਸ਼ੀਅਲ ਦੇ ਬਰਾਬਰ ਹੋਏਗੀ। ਕਹਿਣ ਦਾ ਮਤਲਬ 10 ਮੀਟਰ ਪਰ ਸੈਕਿੰਡ। ਸਾਡੀ ਵੈਲੋਸਿਟੀ ਵਿੱਚ ਕੋਈ ਚੇਂਜ ਨਹੀਂ ਆਏਗੀ। ਤੇ ਜੇ ਸਾਡੀ ਇਨੀਸ਼ੀਅਲ 0 ਹੈ, ਜੇ ਸਾਡੀ ਇਨੀਸ਼ੀਅਲ ਵੈਲੋਸਿਟੀ 0 ਹੈ ਤੇ ਫਾਈਨਲ ਵੀ ਸਾਡੀ 0 ਹੋਏਗੀ। ਕਹਿਣ ਦਾ ਮਤਲਬ ਨੋ ਚੇਂਜ ਇਨ ਪੋਜੀਸ਼ਨ। ਪਹਿਲਾਂ ਵੀ ਰੈਸਟ ਵਿੱਚ, ਬਾਅਦ ਵਿੱਚੋਂ ਵੀ ਰੈਸਟ ਵਿੱਚ ਹੋਇਆ। ਇਟ ਮੀਨਸ ਇਫ no force is applied, the body will continue to be moved with a uniform velocity। ਜੇ ਬਾਹਰੋਂ ਅਸੀਂ ਫੋਰਸ ਨਹੀਂ ਲਗਾਉਂਦੇ ਤੇ ਬਾਡੀ ਜਿਹੜੀ ਹੈ ਤੁਹਾਡੀ ਯੂਨੀਫਾਰਮ ਵੈਲੋਸਿਟੀ ਦੇ ਨਾਲ ਜਿਹੜੀ ਹੈ ਉਹ ਮੂਵ ਕਰਦੀ ਰਹੇਗੀ, ਕੋਈ ਵੈਲੋਸਿਟੀ ਵਿੱਚ ਚੇਂਜ ਨਹੀਂ ਆਏਗੀ। ਔਰ ਜੇ ਬਾਡੀ ਤੁਹਾਡੀ ਰੈਸਟ ਵਿੱਚ ਹੈ ਤੇ ਹਮੇਸ਼ਾ ਤੁਹਾਡੀ ਜਿਹੜੀ ਹੈ ਉਹ ਰੈਸਟ ਵਿੱਚ ਹੀ ਰਹੇਗੀ। ਤੇ ਇਹੀਓ ਸਾਡਾ ਜਿਹੜਾ ਹੈ ਨਿਊਟਨ ਦਾ ਫਸਟ ਜਿਹੜਾ ਹੈ ਉਹ ਲਾਅ ਹੈ। ਇਹ ਕਿੱਥੋਂ ਬਣਿਆ? ਇਹ ਸਾਡਾ ਜਿਹੜਾ ਲਾਅ ਬਣਾਇਆ ਸੀ ਸੈਕੰਡ ਲਾਅ ਤੋਂ, F = ma। ਇਸ ਤੋਂ ਬਾਅਦ ਜਿਹੜੀ ਤੁਸੀਂ ਲਾਈਨ ਲਿਖਣੀ ਹੈ, ਮੈਂ ਦੁਬਾਰਾ ਬੋਲ ਦਿੰਦਾ ਕਿ this show that if no external force act on a body, the body will continue to be in the state of rest or uniform motion। ਉਹਦੀ ਜਿਹੜੀ ਹੈ ਨਾ ਤੇ ਇਨੀਸ਼ੀਅਲ ਤੇ ਫਾਈਨਲ ਸੇਮ ਆ ਰਹੀ ਹੈ। ਇਹਦਾ ਮਤਲਬ ਹੈ ਜੇ u 0 ਹੈ ਤੇ v ਵੀ 0 ਹੋਏਗੀ, ਤਾਂ ਮਤਲਬ ਬਾਡੀ ਰੈਸਟ ਵਿੱਚ ਹੋਏਗੀ। ਤੇ ਜੇ u 10 ਹੈ ਤੇ v ਵੀ 10 ਹੋਏਗੀ। ਉਹਦੀ ਬਾਡੀ ਜਿਹੜੀ ਹੈ ਲਗਾਤਾਰ ਸੇਮ ਵੈਲੋਸਿਟੀ ਨਾਲ ਮੂਵ ਕਰੇਗੀ। ਇਹ ਕਦੋਂ ਤੱਕ ਚੱਲਦਾ ਰਹੇਗਾ? ਜਿੰਨੀ ਦੇਰ ਤੱਕ ਬਾਹਰੋਂ ਫੋਰਸ ਅਸੀਂ ਨਹੀਂ ਅਪਲਾਈ ਕਰਦੇ। ਇਹ ਸਾਡਾ ਜਿਹੜਾ ਹੈ ਨਿਊਟਨ ਦਾ ਜਿਹੜਾ ਹੈ ਉਹ ਫਸਟ ਲਾਅ ਹੋ ਗਿਆ। ਇਟ ਮੀਨਸ we can derive first law from the second law। now second part, ਹੁਣ ਅਸੀਂ ਕੀ ਕਰਾਂਗੇ? second law ਤੋਂ third law ਵੀ ਜਿਹੜਾ ਆਪਾਂ ਡਰਾਈਵ ਕਰਨਾ ਹੈ। ਇੱਥੇ ਲਿਖਾਂਗੇ ਨਿਊਟਨਸ third law from second law। ਪਹਿਲਾਂ ਅਸੀਂ ਪਹਿਲਾ ਡਰਾਈਵ ਕੀਤਾ, ਹੁਣ ਅਸੀਂ ਤੀਜਾ ਵੀ ਸੈਕੰਡ ਲਾਅ ਤੋਂ ਹੀ ਅਸੀਂ ਜਿਹੜਾ ਹੈ ਆਪਾਂ ਡਰਾਈਵ ਕਰਾਂਗੇ। ਮੰਨ ਲਓ ਕਿ ਸਾਡੇ ਕੋਲ ਕੀ ਹੈ? ਇੱਕ ਆਈਸੋਲੇਟਿਡ ਸਿਸਟਮ ਹੈ। ਇਹ ਵਰਡ ਬੇਟਾ ਤੁਸੀਂ ਯਾਦ ਰੱਖਣਾ ਹੈ। ਇਹ ਮੈਂ ਤੁਹਾਡੇ ਵਾਸਤੇ ਲਿਖ ਰਿਹਾ ਤੇ ਇਹਨੂੰ ਤੁਸੀਂ ਆਪਣੇ ਮਾਈਂਡ ਵਿੱਚ ਹਮੇਸ਼ਾ ਰੱਖਣਾ ਹੈ। ਆਈਸੋਲੇਟਿਡ ਸਿਸਟਮ, ਇਹ ਵਰਡ ਨੂੰ ਤੁਸੀਂ ਪਹਿਲਾਂ ਯਾਦ ਕਰੋ। ਆਈਸੋਲੇਟਿਡ ਸਿਸਟਮ ਉਹ ਸਿਸਟਮ ਜਿਹਦੇ ਉੱਤੇ ਬਾਹਰੋਂ ਕੋਈ ਐਕਸਟਰਨਲ ਫੋਰਸ ਐਕਟ ਨਹੀਂ ਕਰਦੀ। ਅ ਸਿਸਟਮ ਫ੍ਰੀ ਫਰੋਮ ਐਨੀ ਐਕਸਟਰਨਲ ਫੋਰਸ, ਜਿਹਦੇ ਉੱਤੇ ਬਾਹਰੋਂ ਕੋਈ ਫੋਰਸ ਨਹੀਂ ਐਕਟ ਕਰ ਰਹੀ, ਉਹਨੂੰ ਅਸੀਂ ਬੋਲਦੇ ਹਾਂ ਆਈਸੋਲੇਟਿਡ ਸਿਸਟਮ। ਪਰ ਵਿੱਚ ਵਰਡ ਇੱਕ ਦੇਖੋ ਸਿਸਟਮ ਵੀ ਆ ਰਿਹਾ, ਇਹਦੇ ਬਾਰੇ ਵੀ ਸੁਣੋ। ਸਿਸਟਮ ਕੀ ਹੈ? ਕਲੈਕਸ਼ਨ ਆਫ ਸਮ ਆਈਟਮਸ, ਕਿਸੇ ਆਈਟਮਸ ਦੀ ਜਿਹੜੀ ਕਲੈਕਸ਼ਨ ਹੈ, that is the system। ਫॉर ਐਗਜ਼ਾਮਪਲ ਮੰਨ ਲਓ ਕਿ ਸਾਡੇ ਕੋਲ ਇੱਕ ਸਿਲੰਡਰ ਹੈ। ਸਿਲੰਡਰ ਦੇ ਵਿੱਚ ਅਸੀਂ ਜਿਹੜੀ ਹੈ ਗੈਸ ਫਿਲ ਕਰ ਲਈ, ਆਈਡੀਅਲ ਗੈਸ ਜਾਂ ਰੀਅਲ ਗੈਸ ਅਸੀਂ ਸਿਲੰਡਰ ਵਿੱਚ ਫਿਲ ਕਰ ਲਈ। ਜਿਹੜੀ ਗੈਸ ਕਾਦੀ ਬਣੀ ਹੈ? ਡੈਲਟਨ ਐਟੋਮਿਕ ਥਿਊਰੀ ਦੇ ਅਕੋਰਡਿੰਗ ਇਟ ਇਜ਼ ਮੇਡ ਅਪ ਆਫ ਐਟਮਸ ਜਾਂ ਮਾਲੀਕਿਊਲਸ ਦੀ ਬਣੀ ਹੈ। ਹੁਣ ਉਹ ਸਾਰੇ ਜਿਹੜੇ ਮਾਲੀਕਿਊਲਸ ਨੇ ਸਾਰੇ ਸਿਲੰਡਰ ਵਿੱਚ ਅਸੀਂ ਕੰਟੇਨ ਕਰਤੇ। ਇਹ ਇੱਕ ਕੀ ਬਣ ਗਿਆ? ਸਾਡਾ ਸਿਸਟਮ ਜਿਹੜਾ ਬਣ ਜਾਂਦਾ ਹੈ। ਇਹਨੂੰ ਅਸੀਂ ਸਿਸਟਮ ਬੋਲਦੇ ਹਾਂ, ਕਲੈਕਸ਼ਨ ਆਫ ਸਮ ਆਈਟਮਸ। ਦੂਸਰੀ ਐਗਜ਼ਾਮਪਲ, ਮੰਨ ਲਓ ਕਿ ਸਾਡੇ ਕੋਲ ਇੱਕ ਗਨ ਹੈ ਤੇ ਗਨ ਦੇ ਵਿੱਚ ਅਸੀਂ ਬੁਲਟ ਜਿਹੜੀ ਹੈ ਲੋਡ ਕਰ ਦਿੱਤੀ, ਵਿੱਚ ਬੁਲਟ ਪਾ ਦਿੱਤੀ ਹੈ। ਹੁਣ ਗਨ ਤੇ ਬੁਲਟ ਇਹ ਵੀ ਇੱਕ ਸਾਡਾ ਜਿਹੜਾ ਹੈ ਉਹ ਸਿਸਟਮ ਬਣ ਜਾਂਦਾ ਹੈ। ਜੇ ਅਸੀਂ ਬੋਟ ਵਿੱਚ ਬੈਠੇ ਹੋਏ ਹਾਂ ਤੇ ਬੋਟ ਤੇ ਆਪਣੇ ਆਪ ਨੂੰ ਅਸੀਂ ਮੈਨ ਕਹਿ ਲਈਏ, ਜਿਹੜਾ ਬੋਟ ਤੇ ਮੈਨ ਉਹ ਵੀ ਜਿਹੜਾ ਹੈ ਇੱਕ ਕੀ ਬਣ ਜਾਏਗਾ? ਸਾਡਾ ਸਿਸਟਮ। ਸਿਸਟਮ ਇਜ਼ ਜਸਟ ਅ ਕਲੈਕਸ਼ਨ ਆਫ ਸਮ ਆਈਟਮਸ। ਸਿਲੰਡਰ ਵਿੱਚ ਗੈਸ ਭਰ ਲਈ, ਉਹ ਸਾਡਾ ਇੱਕ ਜਿਹੜਾ ਹੈ ਥਰਮੋਡਾਇਨਾਮਿਕ ਸਿਸਟਮ ਆ ਗਿਆ। ਨਾਓ ਜਦੋਂ ਸਿਸਟਮ ਉੱਤੇ ਬਾਹਰੋਂ ਕੋਈ ਫੋਰਸ ਐਕਟ ਨਹੀਂ ਕਰਦੀ, ਅਸੀਂ ਕਹਿੰਦੇ ਆ ਕਿ ਸਿਸਟਮ ਸਾਡਾ ਜਿਹੜਾ ਹੈ ਉਹ ਆਈਸੋਲੇਟਿਡ ਹੈ। ਇਟ ਇਜ਼ ਫ੍ਰੀ ਫਰੋਮ ਇੰਟਰਨਲ ਫੋਰਸ।
ਹੁਣ ਸਿਲੰਡਰ ਦੀ ਗੱਲ ਕਰੀਏ, ਸਿਲੰਡਰ ਦੇ ਵਿੱਚ ਗੈਸ ਦੇ ਮਾਲੀਕੂਲਸ ਜਿਹੜੇ ਨੇ ਉਹ ਤੇ ਮੂਵ ਕਰ ਰਹੇ ਨੇ। ਜੇ ਗੈਸ ਦੇ ਮਾਲੀਕੂਲਸ ਜਿਹੜੇ ਮੂਵ ਕਰ ਰਹੇ ਨੇ ਉਹ ਤੇ ਇੱਕ ਦੂਜੇ ਦੇ ਨਾਲ ਟੱਕਰ ਵੀ ਮਾਰਦੇ ਨੇ, ਤੇ ਜਦੋਂ ਇੱਕ ਦੂਜੇ ਨਾਲ ਟੱਕਰ ਮਾਰਦੇ ਨੇ ਜਿਹੜੀ ਸਿਲੰਡਰ ਦਾ ਜਿਹੜਾ ਵਾਲਸ ਨੇ ਉਹਦੇ ਨਾਲ ਵੀ ਉਹਨਾਂ ਦੀ ਮਾਲੀਕੂਲਸ ਦੀ ਜਿਹੜੀ ਹੈ ਕੋਲੀਜ਼ਨ ਹੁੰਦੀ ਹੈ, ਟੱਕਰ ਹੁੰਦੀ ਹੈ। ਪਰ ਉਹ ਜਿਹੜੀ ਫੋਰਸ ਜਿਹੜੀ ਹੈ ਇੰਟਰਨਲ ਫੋਰਸ ਹੈ, ਅਸੀਂ ਬਾਹਰੋਂ ਨਹੀਂ ਲਗਾ ਰਹੇ, ਉਹ ਅੰਦਰ ਜਿਹੜੇ ਪਾਰਟੀਕਲਸ ਨੇ ਆਪਣੇ ਆਪ ਇੱਕ ਦੂਸਰੇ ਦੇ ਨਾਲ ਇੰਟਰੈਕਸ਼ਨ ਕਰ ਰਹੇ ਨੇ। ਡੈਟ ਇੰਟਰੈਕਸ਼ਨ ਜਿਹੜੀ ਹੈ ਇਜ਼ ਕਾਲਡ ਇੰਟਰਨਲ ਫੋਰਸ। ਉਹ ਸਾਡੀ ਇੰਟਰਨਲ ਫੋਰਸ ਹੈ ਤੇ ਇੰਟਰਨਲ ਫੋਰਸ ਦਾ ਕਦੀ ਵੀ ਸਿਸਟਮ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਜੇ ਸਿਸਟਮ ਤੁਹਾਡਾ ਪਹਿਲਾਂ ਰੈਸਟ ਵਿੱਚ ਹੈ ਤੇ ਉਹ ਰੈਸਟ ਵਿੱਚ ਹੀ ਰਹੇਗਾ, ਜਿੰਨੀ ਮਰਜ਼ੀ ਅੰਦਰੋਂ ਫੋਰਸ ਲੱਗੀ ਰਹੇ। ਫੋਰ ਐਗਜ਼ਾਮਪਲ ਤੁਹਾਡਾ ਸਿਲੰਡਰ ਹੈ, ਸਿਲੰਡਰ ਦੇ ਵਿੱਚ ਗੈਸ ਭਰੀ ਹੋਈ ਹੈ, ਕੀ ਗੈਸ ਦੇ ਮਾਲੀਕੂਲ ਰੈਸਟ ਵਿੱਚ ਹੈਗੇ ਨੇ? ਨਹੀਂ, ਇਹ ਮੂਵ ਕਰ ਰਹੇ ਨੇ, ਇਹ ਵਾਲ ਦੇ ਨਾਲ ਵੀ ਟੱਕਰ ਮਾਰ ਰਹੇ ਨੇ। ਕੀ ਤੁਹਾਡਾ ਸਿਲੰਡਰ ਜਿਹੜਾ ਮੂਵ ਕਰ ਗਿਆ? ਸਿਲੰਡਰ ਜਿੱਥੇ ਪਿਆ ਉੱਥੇ ਹੀ ਪਿਆ, ਕਿਉਂਕਿ ਉਹ ਜਿਹੜੀ ਇੰਟਰਨਲ ਫੋਰਸਿਸ ਨੇ ਉਹਦਾ ਪੂਰੇ ਸਿਸਟਮ ਦੀ ਮੋਸ਼ਨ ਦੇ ਉੱਤੇ ਕੋਈ ਅਸਰ ਨਹੀਂ। ਉਹ ਇੰਟਰਨਲ ਫੋਰਸਿਸ ਜਿਹੜੀਆਂ ਨੇ ਇੱਕ ਦੂਸਰੇ ਦਾ ਇਫੈਕਟ ਜਿਹੜਾ ਹੈ ਉਹ ਕੈਨਸਲ ਕਰ ਦਿੰਦੀਆਂ ਨੇ। ਜਿੰਨੀ ਦੇਰ ਤੱਕ ਅਸੀਂ ਬਾਹਰੋਂ ਐਕਸਟਰਨਲ ਫੋਰਸ ਨਹੀਂ ਲਗਾਵਾਂਗੇ ਓਨੀ ਦੇਰ ਤੱਕ ਸਿਸਟਮ ਦੀ ਮੋਸ਼ਨ ਦੇ ਉੱਤੇ ਕੋਈ ਅਸਰ ਨਹੀਂ ਹੋਏਗਾ। ਇੱਕ ਹੋਰ ਐਗਜ਼ਾਮਪਲ ਨੂੰ ਆਪਾਂ ਜੇ ਲੈ ਕੇ ਚੱਲੀਏ, ਮੰਨ ਲਓ ਵੀ ਸਾਡੇ ਕੋਲ ਕਾਰ ਹੈ, ਕਾਰ ਦੇ ਅੰਦਰ ਅਸੀਂ ਬੈਠੇ ਆ ਤੇ ਸਾਡਾ ਜਿਹੜਾ ਕਾਰ ਦਾ ਜਿਹੜਾ ਪੈਟਰੋਲ ਜਿਹੜਾ ਉਹ ਮੁੱਕ ਗਿਆ, ਕਾਰ ਸਟਾਰਟ ਨਹੀਂ ਹੋ ਰਹੀ ਤੇ ਅਸੀਂ ਅੰਦਰ ਬਹਿ ਕੇ ਉਹਦਾ ਜਿਹੜਾ ਸਟੀਅਰਿੰਗ ਅਸੀਂ ਫੜ ਲਿਆ ਤੇ ਅੰਦਰ ਬਹਿ ਕੇ ਅਸੀਂ ਜਿਹੜਾ ਕਾਰ ਨੂੰ ਹੈਂਡਲ ਦੇ ਨਾਲ ਅਸੀਂ ਫੋਰਸ ਲਾਈ ਜਾਈਏ, ਕੀ ਸਾਡੀ ਜਿਹੜੀ ਕਾਰ ਜਿਹੜੀ ਹੈ ਫਾਰਵਰਡ ਜਾਏਗੀ? ਨਹੀਂ ਜਾਏਗੀ, ਕਿਉਂਕਿ ਜਿਹੜੀ ਅਸੀਂ ਫੋਰਸ ਲਗਾ ਰਹੇ ਹਾਂ ਉਹ ਅੰਦਰੋਂ ਫੋਰਸ ਲਗਾ ਰਹੇ ਹਾਂ ਅੰਦਰੋਂ, ਦੈਟ ਇਜ਼ ਅ ਇੰਟਰਨਲ ਫੋਰਸ। ਤੇ ਇੰਟਰਨਲ ਫੋਰਸ ਦਾ ਕੋਈ ਸਿਸਟਮ ਤੇ ਅਸਰ ਨਹੀਂ ਹੋਏਗਾ। ਸਾਨੂੰ ਕੀ ਕਰਨਾ ਪਏਗਾ? ਸਾਨੂੰ ਉਤਰਨਾ ਪਏਗਾ ਬਾਹਰ, ਉਤਰ ਕੇ ਬਾਹਰੋਂ ਜਿਹੜੀ ਅਸੀਂ ਫੋਰਸ ਲਗਾਵਾਂਗੇ, ਫਿਰ ਜਿਹੜੀ ਸਾਡੀ ਕਾਰ ਜਿਹੜੀ ਹੈ ਉਹ ਮੂਵ ਕਰੇਗੀ। ਜਿਹੜੀ ਬਾਹਰੋਂ ਫੋਰਸ ਲਗਾਓਗੇ ਡੈਟ ਵਿਲ ਬੀ ਯੂਅਰ ਐਕਸਟਰਨਲ ਫੋਰਸ, ਤੇ ਜਿਹੜੀ ਇੰਟਰਨਲ ਫੋਰਸ ਹੈ ਉਹਦਾ ਸਿਸਟਮ ਦੇ ਉੱਤੇ ਕੋਈ ਅਸਰ ਨਹੀਂ ਪਿਆ। ਤੇ ਅਸੀਂ ਇੱਥੇ ਵਰਡ ਲਿਖਿਆ ਆਈਸੋਲੇਟਿਡ। ਇਹ ਤੁਸੀਂ ਇਹਨੂੰ ਯਾਦ ਰੱਖਣਾ ਹੈ ਕਿ ਆਈਸੋਲੇਟਿਡ ਸਿਸਟਮ ਉਹ ਹੈ ਜਿਹਦੇ ਉੱਤੇ ਬਾਹਰੋਂ ਕੋਈ ਫੋਰਸ ਜਿਹੜੀ ਹੈ ਐਕਟ ਨਹੀਂ ਕਰ ਰਹੀ। ਮੰਨ ਲਓ ਕਿ ਸਾਡੇ ਕੋਲ ਇੱਕ ਸਿਸਟਮ ਹੈ ਆਈਸੋਲੇਟਿਡ, ਇਹਨੂੰ ਨਾਲ ਦੇ ਨਾਲ ਅਸੀਂ ਲਿਖਾਂਗੇ ਕਿਸ ਤਰ੍ਹਾਂ? ਸਪੋਜ਼ ਵੀ ਹੈਵ ਐਨ ਆਈਸੋਲੇਟਿਡ ਸਿਸਟਮ। ਕਾਹਦਾ ਬਣਿਆ? ਕੰਸਿਸਟਿੰਗ ਆਫ two bodies A and B। ਮੰਨ ਲਓ ਕਿ ਸਾਡੇ ਕੋਲ ਇੱਕ ਆਈਸੋਲੇਟਿਡ ਸਿਸਟਮ ਹੈ ਜਿਹੜਾ ਕਾਹਦਾ ਬਣਿਆ ਹੈ? ਦੋ ਬਾਡੀਜ਼ ਦਾ A ਤੇ B। ਇੱਕ ਬਾਡੀ A ਹੈ, ਇੱਕ ਬਾਡੀ B ਹੈ, ਬਸ ਦੋ ਅਸੀਂ ਬਾਡੀ ਲੈ ਕੇ ਚੱਲ ਰਹੇ ਹਾਂ। ਮੰਨ ਲਓ ਸਿਲੰਡਰ ਹੈ, ਸਿਲੰਡਰ ਵਿੱਚ ਸਿਰਫ ਦੋ ਹੀ ਗੈਸ ਦੇ ਮਾਲੀਕੂਲਸ ਨੇ, ਕਹਿਣ ਦਾ ਭਾਵ ਦੋ ਹੀ ਗੈਸ ਦੇ ਮਾਲੀਕੂਲ ਨੇ, ਇੱਕ A ਹੈ ਤੇ ਇੱਕ ਜਿਹੜਾ ਹੈ ਉਹ B ਹੈ। ਨਾਓ ਇਹ ਜਿਹੜੀਆਂ ਦੋ ਬਾਡੀਜ਼ ਨੇ, ਦੋ ਮਾਲੀਕੂਲਸ ਨੇ, ਦੋ ਐਟਮਸ ਨੇ, ਇਹਨਾਂ ਦੀ ਆਪਸ ਵਿੱਚ ਇੰਟਰੈਕਸ਼ਨ ਹੋ ਗਈ, ਕਿਉਂਕਿ ਜਦੋਂ ਇਹ ਮੂਵ ਕਰਨਗੇ ਰੈਂਡਮਲੀ ਕਿਤੇ ਨਾ ਕਿਤੇ ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਨਾਲ ਜਿਹੜਾ ਹੈ ਕੋਲਾਈਡ ਤੇ ਕਰਨਾ ਹੀ ਹੈ। ਜਦੋਂ ਇਹ ਆਪਸ ਵਿੱਚ ਕੋਲਾਈਡ ਕੀਤੇ, when they collide with each other, let मान लो दोनों ने एक दूसरे ऊपर फोर्स अप्लाई करनी शुरू करती। नाउ व्हाट इज दिस? पिछले लेक्चर दसिया सी FAB की चीज है, फोर्स ऑन ए। ਜਿਹੜਾ ਲੈਟਰ ਪਹਿਲਾਂ ਉਹਦੇ ਉੱਪਰ ਫੋਰਸ ਲੱਗੇਗੀ, ਜਿਹੜਾ ਬਾਅਦ ਵਿੱਚ ਹੈ ਉਹ ਲਗਾਏਗਾ ਫੋਰਸ ਔਨ ਏ ਡਿਊ ਟੂ ਬੀ। ਏ ਨੇ ਬੀ ਦੇ ਉੱਤੇ ਫੋਰਸ ਲਗਾਤੀ, ਮਤਲਬ ਏ ਉੱਪਰ ਫੋਰਸ ਲੱਗੀ ਬੀ ਕਰਕੇ। ਤੇ ਨਿਊਟਨ ਦਾ ਥਰਡ ਲਾ ਤੁਸੀਂ ਵੈਸੇ ਵੀ ਜਾਣਦੇ ਹੋ, ਜੇ ਇੱਕ ਤੇ ਲੱਗੇਗੀ ਦੂਸਰੇ ਤੇ ਵੀ ਲੱਗਣੀ ਹੈ। ਨਾਓ ਐਫ ਬੀ ਇਹ ਕੀ ਚੀਜ਼ ਹੋਏਗੀ ਸਾਡੀ? ਫੋਰਸ ਔਨ ਬੀ ਡਿਊ ਟੂ A। ਫਿਰ A ਤੇ B ਤੇ A ਤੇ ਉੱਤੇ ਲੱਗੀ B ਕਰਕੇ ਤੇ B ਉੱਪਰ ਲੱਗੀ ਸਾਡੀ A ਕਰਕੇ।
ਇਹ ਸਾਡੀ ਜਿਹੜੀ ਹੋ ਗਈਆਂ ਦੋ ਫੋਰਸਿਸ ਹੋ ਗਈਆਂ। ਨਾਓ ਨਿਊਟਨ ਦਾ ਜਿਹੜਾ ਹੈ ਸੈਕੰਡ ਲਾਅ ਕੀ ਕਹਿੰਦਾ ਹੈ, ਅਸੀਂ ਪੜਿਆ ਸੀ ਡੈਫੀਨੇਸ਼ਨ ਦੇ ਅਕੋਰਡਿੰਗ ਕਿ F is equal to dp by dt. The rate of change of linear momentum of a body is directly proportional to the force applied. ਜਿਹੜੀ ਸਾਡੀ ਮੋਮੈਂਟਮ ਦੇ ਵਿੱਚ ਟਾਈਮ ਦੇ ਅਕੋਰਡਿੰਗ ਜਿਹੜੀ ਚੇਂਜ ਆਉਂਦੀ ਹੈ, ਰੇਟ ਆਫ ਚੇਂਜ, ਉਹ ਸਿਰਫ ਤੇ ਸਿਰਫ ਸਾਡੀ ਫੋਰਸ ਕਰਕੇ ਹੀ ਆਉਂਦੀ ਹੈ। ਹੁਣ ਇਹ ਫੋਰਸ ਕਿਹਦੇ ਉੱਪਰ ਲੱਗੀ? ਇਹ ਫੋਰਸ ਲੱਗੀ A ਉੱਪਰ, ਤੇ ਜੇ A ਉੱਪਰ ਲੱਗੀ ਹੈ ਫੋਰਸ ਤੇ ਇਹਦਾ ਮਤਲਬ A ਬੋਡੀ ਦੇ ਮੋਮੈਂਟਮ ਦੇ ਵਿੱਚ ਜਿਹੜੀ ਹੈ ਉਹ ਟਾਈਮ ਦੇ ਅਕੋਰਡਿੰਗ ਚੇਂਜ ਆਏਗੀ। ਇਹ ਫੋਰਸ ਲੱਗੀ A ਦੇ ਉੱਪਰ, ਇਟ ਮੀਨਸ therefore ਇੱਥੇ ਪਹਿਲਾਂ ਲਿਖਣਾ ਹੈ ਅਕੋਰਡਿੰਗ ਟੂ ਸੈਕੰਡ ਲਾਅ। ਪਹਿਲਾਂ ਤੁਸੀਂ ਇੱਥੇ ਲਾਈਨ ਲਿਖ ਲੈਣੀ ਹੈ ਅਕੋਰਡਿੰਗ ਟੂ ਸੈਕੰਡ ਲਾਅ F is equal to dp by dt. this imply, ਹੁਣ ਇਹਦੇ ਬਾਰੇ ਗੱਲ ਕਰਾਂਗੇ, FAB ਜਿਹੜੀ ਸਾਡੀ FAB ਹੈ ਉਹ ਕਿਹਦੇ ਇਕੁਅਲ ਆਏਗੀ? ਜੇ ਇਹਨੂੰ ਵੈਕਟਰ ਫਾਰਮ ਚ ਕਰਨਾ ਹੈ ਤੇ ਇੱਥੇ ਅਸੀਂ ਵੈਕਟਰ ਪਾਵਾਂਗੇ FAB. what is FAB? ਫੋਰਸ ਔਨ A. ਜੇ A ਤੇ ਫੋਰਸ ਲੱਗੀ ਹੈ ਤੇ ਇਹਦਾ ਮਤਲਬ ਮੋਮੈਂਟਮ ਵੀ A ਦਾ ਹੀ ਚੇਂਜ ਹੋਏਗਾ। ਇਹ ਕਿਹਦੇ ਇਕੁਅਲ ਆਏਗਾ? d by dt of PA. ਇਹ ਆ ਗਿਆ ਮੋਮੈਂਟਮ A ਦਾ, ਉਹਦੇ ਵਿੱਚ ਚੇਂਜ ਆਏਗੀ। ਇੱਥੋਂ ਅਸੀਂ ਬਣਾਤਾ, ਇਹ ਤਾਂ ਫਾਰਮੂਲਾ ਸਾਨੂੰ ਪਹਿਲਾਂ ਹੀ ਪਤਾ ਹੈ। ਜੇ ਅਸੀਂ AB ਦੀ ਗੱਲ ਕਰਾਂਗੇ ਤੇ ਇੱਥੇ A ਲਗਾਣਾ ਹੈ ਕਿਉਂਕਿ A ਉੱਪਰ ਫੋਰਸ ਲੱਗੀ, ਇਹਦਾ ਮਤਲਬ ਮੋਮੈਂਟਮ ਵੀ ਸਾਡਾ ਜਿਹੜਾ ਹੈ ਉਹ A ਬੋਡੀ ਦਾ ਹੀ ਜਿਹੜਾ ਹੈ ਉਹ ਚੇਂਜ ਹੋਏਗਾ। This is equation number 1. ਇਹ ਸਾਡੀ ਜਿਹੜੀ ਹੈ equation number 1. Similarly, FBA. What is this? Force on B. ਜੇ B ਉੱਪਰ ਫੋਰਸ ਲੱਗੀ ਹੈ ਤੇ ਇਹਦਾ ਮਤਲਬ ਹੈ ਕਿ ਸਾਡੇ ਰੇਟ ਆਫ ਚੇਂਜ ਆਫ ਮੋਮੈਂਟਮ ਕਿਹਦਾ ਆਏਗਾ? ਸਾਡੇ ਕੋਲ B ਵਾਲੀ ਬੋਡੀ ਦਾ ਆਏਗਾ। This is equation number 2. ਇਹ ਸਾਡੀ ਆ ਗਈ ਸੈਕੰਡ ਇਕੁਏਸ਼ਨ। ਦੋਨੋਂ ਇਕੁਏਸ਼ਨ ਨੂੰ ਅਸੀਂ ਐਡ ਕਰ ਲੈਂਦੇ ਆ। ਐਡਿੰਗ 1 and 2 we get, ਦੋਨਾਂ ਨੂੰ ਅਸੀਂ ਐਡ ਕਰ ਲਿਆ। ਸਾਡੇ ਕੋਲ ਕੀ ਆਏਗਾ? FAB plus FBA will be equal to, ਪਹਿਲਾਂ ਇਹਨਾਂ ਨੂੰ ਪਲੱਸ ਕੀਤਾ, ਹੁਣ ਰਾਈਟ ਸਾਈਡ ਪਲੱਸ ਕਰੋ, DPA plus d by dt of PB. ਇਹਨੂੰ ਪੜਨਾ ਆਉਂਦਾ ਹੈ? ਪੜ ਕੇ ਸੁਣਾਓ, ਕੀ ਪੜੋਗੇ ਇਹਨੂੰ? the rate of change of linear momentum of body A, the rate of change of linear momentum of body B. ਇਹਨਾਂ ਦੋਨਾਂ ਇਕੁਏਸ਼ਨਸ ਨੂੰ ਮੈਂ ਜਿਹੜਾ ਹੈ ਉਹ ਐਡ ਕਰ ਲਿਆ। ਨਾਓ FAB plus FBA, ਇਹਨਾਂ ਦੋਨਾਂ ਵਿੱਚੋਂ d by dt ਨੂੰ ਅਸੀਂ ਇੱਕ ਵਾਰੀ ਬਾਹਰ ਲਿਖ ਲਿਆ ਤੇ ਸਾਡੇ ਕੋਲ ਅੰਦਰ ਆ ਜਾਏਗਾ PA ਵੈਕਟਰ ਤੇ ਪਲੱਸ ਸਾਡੇ ਕੋਲ ਆ ਗਿਆ PB ਵੈਕਟਰ। ਅਸੀਂ ਇਹਨਾਂ ਵਿੱਚੋਂ ਜਿਹੜਾ ਹੈ ਕਾਮਨ ਨਿਕਾਲ ਸਕਦੇ ਹਾਂ। ਸਾਨੂੰ ਪਤਾ ਹੈ u plus v ਵਾਲਾ ਫਾਰਮੂਲਾ ਅਸੀਂ ਡਿਫਰੈਂਸ਼ੀਏਸ਼ਨ ਚ ਪੜਿਆ ਸੀ। ਅਸੀਂ d by dt ਜਿਹੜਾ ਹੈ ਇੱਕ ਵਾਰ ਲੈ ਕੇ ਇਹਨੂੰ ਅਸੀਂ ਜਿਹੜਾ ਹੈ ਉਹ ਬਾਹਰੋਂ ਅਸੀਂ ਕਾਮਨ ਨਿਕਾਲ ਲਿਆ। ਨਾਓ if no external force act on the body, ਜੇਕਰ ਮੰਨ ਲਓ ਕਿ ਸਾਡੀ ਬੋਡੀ ਉੱਪਰ ਕੋਈ ਬਾਹਰੋਂ ਐਕਸਟਰਨਲ ਫੋਰਸ ਨਹੀਂ ਐਕਟ ਕੀਤੀ, ਬਿਕੋਜ਼ ਸਿਸਟਮ ਅਸੀਂ ਕਿਹੜਾ ਲੈ ਕੇ ਚੱਲ ਰਹੇ ਹਾਂ? ਆਈਸੋਲੇਟਿਡ ਸਿਸਟਮ ਹੈ ਸਾਡੇ ਕੋਲ, ਬਾਹਰੋਂ ਕੋਈ ਫੋਰਸ ਅਸੀਂ ਅਪਲਾਈ ਨਹੀਂ ਕੀਤੀ। ਬੇਟਾ ਜੇ ਬਾਹਰੋਂ ਅਸੀਂ ਕੋਈ ਫੋਰਸ ਅਪਲਾਈ ਨਹੀਂ ਕੀਤੀ ਤੇ ਇਹਦਾ ਮਤਲਬ ਹੈ ਕਿ ਸਾਡੇ ਮੋਮੈਂਟਮ ਦੇ ਵਿੱਚ ਕੋਈ ਚੇਂਜ ਨਹੀਂ ਆਣੀ ਚਾਹੀਦੀ। ਸਿਸਟਮ ਦੇ ਟੋਟਲ ਮੋਮੈਂਟਮ ਵਿੱਚ ਕੋਈ ਚੇਂਜ ਨਹੀਂ ਆਣੀ ਚਾਹੀਦੀ। ਇਹ ਹੈਗਾ ਸਾਡਾ ਟੋਟਲ ਮੋਮੈਂਟਮ। ਦਿਸ ਇਜ਼ ਦਾ ਟੋਟਲ ਮੋਮੈਂਟਮ ਆਫ ਦਾ ਸਿਸਟਮ। ਇਹਦਾ ਮਤਲਬ ਹੈ ਕਿ ਇਹਦੇ ਵਿੱਚ ਕੋਈ ਵੀ ਚੇਂਜ ਜਿਹੜੀ ਹੈ ਨਹੀਂ ਆਣੀ ਚਾਹੀਦੀ, ਕਿਉਂਕਿ ਬਾਹਰੋਂ ਤੇ ਫੋਰਸ ਲਗਾਈ ਨਹੀਂ।
जे फोर्स नहीं लगावांगे तो रेट ऑफ चेंज ऑफ मोमेंटम कितना होएगा 0 देन डी बाय डी टी पी ए प्लस पी बी विल बी इक्वल टू 0 साडे मोमेंटम च कोई चेंज नहीं आएगी तो जे आ चीज सारी 0 हो गई ਇਹਦਾ मतलब एफ ए बी प्लस एफ बी ए भी साडा 0 हो गया इट मीन्स एफ ए बी प्लस एफ बी ए इज इक्वल टू कितना आ गया साडे कोल 0 ਤੇ ਇਹਨੂੰ ਤੁਸੀਂ ਉਧਰ ਲੈ ਜਾਓਗੇ ਤੇ ਇਹ ਟਰਮ ਜਿਹੜੀ ਉਧਰ ਜਾ ਕੇ ਮਾਈਨਸ ਦੀ ਹੋ ਜਾਏਗੀ ਸਾਡੇ ਕੋਲ ਆ ਜਾਏਗਾ एफ ए बी will be equal to minus of एफ बी ए एफ ए बी will be equal to minus of एफ बी ए कहने का मतलब जिन्नी फोर्स ए ऊपर लगी बी ने लगाई वो इक्वल होएगी नाल ऑपोजिट होएगी जेड़ी बी ऊपर लगी ए ने लगाई मतलब जे ए बी ते लगाएगा ते बी ए ते लगाएगा ਇਹ ਦੋਨੋਂ ਫੋਰਸਿਸ ਇਕੁਅਲ ਤੇ ਆਪੋजिट ਹੋਣਗੀਆਂ ਤੇ ਇਹ ਸਾਡਾ ਜਿਹੜਾ ਹੈ ਨਿਊਟਨ ਦਾ ਜਿਹੜਾ ਕਿਹੜਾ ਲਾਅ ਹੈ ਇਹ ਸਾਡਾ ਥਰਡ ਲਾਅ ਹੈ ਤੇ ਅਸੀਂ ਡਰਾਈਵ ਕਿੱਥੋਂ ਕੀਤਾ ਹੈ ਮੇਨ ਇਹ ਵਾਲਾ ਜਿਹੜਾ ਲਾਅ ਸੀ d/dt ਆਫ p ਇਹ ਹੈਗਾ ਸੀ ਨਿਊਟਨ ਦਾ ਸੈਕੰਡ ਲਾਅ ਇਹਦਾ ਮਤਲਬ ਨਿਊਟਨ ਦੇ ਸੈਕੰਡ ਲਾਅ ਤੋਂ ਹੀ ਅਸੀਂ ਫਰਸਟ ਲਾਅ ਡਰਾਈਵ ਕਰ ਲਿਆ ਨਿਊਟਨ ਦੇ ਸੈਕੰਡ ਲਾਅ ਤੋਂ ਹੀ ਅਸੀਂ ਜਿਹੜਾ ਹੈ ਥਰਡ ਲਾਅ ਵੀ ਡਰਾਈਵ ਕਰ ਲਿਆ it mean both the laws are contained in the second law hence the Newton's second law is called real law of motion I think ਕਿ ਤੁਹਾਨੂੰ ਅੱਜ ਦਾ ਆਰਟੀਕਲ ਜਿਹੜਾ ਹੈ ਇਹ ਕਲੀਅਰ ਹੋ ਗਿਆ ਇਹ ਬਹੁਤ ਹੀ ਇੰਪੋਰਟੈਂਟ ਜਿਹੜਾ ਆਰਟੀਕਲ ਹੈ from the examination point of view thank you